ਯੈਸ 11th ਕਲਾਸ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਚੈਪਟਰ ਨੰਬਰ 2 ਰਿਲੇਸ਼ਨ ਐਂਡ ਫੰਕਸ਼ਨਸ ਦਾ ਟੌਪਿਕ ਰਿਲੇਸ਼ਨ ਦੇਖਾਂਗੇ। ਠੀਕ ਹੈ, ਇਸ ਦੀ ਇੰਟਰੋਡਕਸ਼ਨ ਵੀਡੀਓ ਹੈ। ਦੇਖੋ, ਬੇਸਿਕ ਡੈਫੀਨੇਸ਼ਨ ਡਾਇਰੈਕਟ ਨਹੀਂ ਕਰਾਂਗੇ ਆਪਾਂ ਕਿ ਰਿਲੇਸ਼ਨ ਕੀ ਹੈ। ਠੀਕ ਹੈ, ਕਿਉਂਕਿ ਉਹ ਸਮਝ ਨਹੀਂ ਆਣੀ ਹੈਗੀ। ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਪੈਣਾ ਆਪਾਂ ਨੂੰ ਕਿ ਇਹਦੇ ਵਿੱਚ ਹੈ ਕੀ ਐਕਚੁਅਲ ਦੇ ਵਿੱਚ। ਦੇਖੋ, ਰਿਲੇਸ਼ਨ ਦਾ ਮਤਲਬ ਕੀ ਹੁੰਦਾ, ਰਿਲੇਸ਼ਨ ਦਾ ਮਤਲਬ ਕੀ ਆ। ਫੋਰ ਐਗਜ਼ਾਮਪਲ ਆਪਾਂ ਦੇਖੀਏ, ਕੋਈ ਵੀ ਕਿਸੇ ਦੇ ਨਾਲ ਵੀ ਇੱਕ ਪਰਸਨ ਦਾ ਦੂਸਰੇ ਪਰਸਨ ਨਾਲ ਕੋਈ ਰਿਲੇਸ਼ਨ। ਠੀਕ ਹੈ, ਮੰਨ ਲਓ ਫੋਰ ਐਗਜ਼ਾਮਪਲ ਇਹ ਤੁਸੀਂ ਹੋ, ਠੀਕ ਹੈ ਸਟੂਡੈਂਟਸ, ਯੂ, ਅਤੇ ਇੱਧਰ ਆਪਾਂ ਮਦਰ ਲਗਾ ਸਕਦੇ ਹਾਂ, ਠੀਕ ਹੈ ਜੀ, ਜਾਂ ਫਾਦਰ ਲਗਾ ਸਕਦੇ ਹਾਂ, ਜਾਂ ਠੀਕ ਹੈ ਸਿਸਟਰ ਜਾਂ ਬ੍ਰਦਰ, ਕੁਛ ਵੀ। ਹੁਣ ਯੂ ਤੁਹਾਡਾ ਰਿਲੇਸ਼ਨ ਹੈ ਜਿਹੜਾ ਉਹ ਮਦਰ ਦੇ ਨਾਲ ਜਾਂ ਫਾਦਰ ਨਾਲ ਇੱਕ ਤਰੀਕੇ ਦਾ ਰਿਲੇਸ਼ਨ ਹੈ ਨਾ ਉਹ। ਸੋ ਆਪਾਂ ਕੀ ਗੱਲ ਕਰਾਂਗੇ, ਤੁਹਾਡਾ ਮਦਰ ਦੇ ਨਾਲ ਜਾਂ ਫਾਦਰ ਨਾਲ ਕੀ ਆ ਰਿਲੇਸ਼ਨ। ਸੋ ਉਹਨੂੰ ਆਪਾਂ ਰਿਲੇਸ਼ਨ ਕਹਿ ਦਾਂਗੇ। ਤੁਹਾਡਾ ਤੁਹਾਡੀ ਮਦਰ ਜਾਂ ਤੁਹਾਡੇ ਮਦਰ ਦਾ ਜਾਂ ਫਾਦਰ ਦਾ, ਬ੍ਰਦਰ ਦਾ, ਸਿਸਟਰ ਦਾ ਤੁਹਾਡੇ ਨਾਲ ਕੀ ਹੈਗਾ, ਠੀਕ ਹੈ, ਉਹ ਰਿਲੇਸ਼ਨ ਹੈ। ਸੋ ਰਿਲੇਸ਼ਨ ਕੀ ਹੈ, ਕਿਸੇ ਦੋ ਪਰਸਨ ਨੂੰ ਲੈ ਕੇ ਬਣਨ ਵਾਲੀ ਚੀਜ਼। ਠੀਕ ਹੈ, ਕਦੇ ਵੀ ਇੱਕ ਸਿੰਗਲ ਪਰਸਨ ਦਾ ਆਪਣੇ ਆਪ ਨਾਲ ਹੀ ਕੋਈ ਰਿਲੇਸ਼ਨ ਨਹੀਂ ਬਣੂਗਾ। ਠੀਕ ਹੈ ਜੀ, ਇੱਕ ਨਹੀਂ ਆਪਾਂ ਗੱਲ ਕਰਾਂਗੇ ਸਿਸਟਮ ਸੈੱਟ ਦੇ ਵਿੱਚ। ਠੀਕ ਹੈ ਜੀ, ਜੇ ਆਪਾਂ ਸੈੱਟ ਦੀ ਗੱਲ ਕਰੀਏ ਉਹ ਵੀ ਸੇਮ ਹੀ ਪ੍ਰੋਸੈਸ ਕਰੂਗਾ ਤੁਹਾਡਾ। ਠੀਕ ਹੈ ਜੀ, ਸੋ ਹੁਣ ਆਪਾਂ ਫੋਰ ਐਗਜ਼ਾਮਪਲ ਨਾਮ ਦੇ ਦਈਏ। ਤੁਹਾਨੂੰ ਨਾਮ ਦਿੱਤਾ ਆਪਾਂ ਨੇ ਐਕਸ ਜਾਂ ਏ ਦੇ ਦਿੰਦੇ, ਤੁਹਾਨੂੰ ਨਾਮ ਦਿੱਤਾ ਏ। ਤੁਹਾਡੇ ਜਿਹੜੇ ਮਦਰ, ਫਾਦਰ ਜਾਂ ਹੋਰ ਕੋਈ ਵੀ ਪਰਸਨ ਜਿਹਦੇ ਨਾਲ ਤੁਹਾਡਾ ਕੀ ਹੈ ਰਿਲੇਸ਼ਨ ਬਣ ਰਿਹਾ, ਉਹ ਕੀ ਹੈ ਬੀ ਆ। ਠੀਕ ਹੈ ਜੀ, ਸੋ ਆਪਾਂ ਇਹਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ ਕਿ ਰਿਲੇਸ਼ਨ ਆਰ ਸਚ ਦੈਟ ਆਰ ਫਰੋਮ ਕਿੱਥੇ ਤੋਂ ਕਿੱਥੇ ਤੱਕ ਜਾ ਰਿਹਾ ਹੈ, ਫਰੋਮ ਏ ਟੂ ਬੀ। ਸੋ ਇੱਕ ਡਿਫਾਈਨ ਹੋ ਰਿਹਾ ਹੈ ਰਿਲੇਸ਼ਨ। ਠੀਕ ਹੈ, ਯਾਨੀ ਕਿ ਰਿਲੇਸ਼ਨ ਤੁਹਾਡਾ ਤੁਹਾਡੇ ਕਿਸੇ ਵੀ ਮਦਰ, ਫਾਦਰ ਜਾਂ ਸਿਸਟਰ, ਬ੍ਰਦਰ, ਇਹਦੇ ਨਾਲ ਰਿਲੇਟਿਵ ਨਾਲ ਜਾਂ ਕਿਸੇ ਨਾਲ ਵੀ ਹੋ ਸਕਦਾ, ਫਰੈਂਡਸ ਨਾਲ ਜਾਂ ਕੁਛ ਵੀ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਣੇ ਕੋਲ ਰਿਲੇਸ਼ਨ ਕੁਛ ਐਵੇਂ ਵੀ ਹੋ ਸਕਦਾ ਕਿ ਤੁਹਾਡਾ ਮਦਰ ਦਾ ਵੀ, ਤਾਂ ਹੁਣ ਯੂ ਤੁਹਾਡਾ ਰਿਲੇਸ਼ਨ ਹੈ। ਹੁਣ ਏ ਅਤੇ ਬੀ ਸੈੱਟ ਹੈ, ਤੁਹਾਡਾ ਰਿਲੇਸ਼ਨ ਹੈ ਮਦਰ ਜਾਂ ਬ੍ਰਦਰ ਕਿਸੇ ਨਾਲ। ਸੋ ਇਹ ਰਿਲੇਸ਼ਨ ਨੂੰ ਆਪਾਂ ਕੀ ਕਹਿ ਦਾਂਗੇ, ਏ ਤੋਂ ਬੀ ਤੱਕ, ਯਾਨੀ ਤੁਹਾਡਾ ਹੁਣ ਤੁਹਾਡੇ ਮਦਰ ਦਾ, ਫਾਦਰ ਦਾ ਜਾਂ ਬ੍ਰਦਰ, ਸਿਸਟਰ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਆਪਾਂ ਕੀ ਬੋਲ ਸਕਦੇ ਹਾਂ, ਰਿਲੇਸ਼ਨ। ਦੇਖੋ ਆਹ ਸੈੱਟ ਤੋਂ ਜਾ ਰਿਹਾ, ਯਾਨੀ ਕਿ ਬੀ ਤੋਂ ਲੈ ਕੇ ਕਿਹੜੇ ਸੈੱਟ 'ਚ ਜਾ ਰਿਹਾ, ਏ ਸੈੱਟ ਦੇ ਵਿੱਚ ਜਾ ਰਿਹਾ। ਸੋ ਇਹ ਹੋ ਗਿਆ ਤੁਹਾਡਾ ਰਿਲੇਸ਼ਨ, ਤੁਹਾਡੇ ਮਦਰ, ਫਾਦਰ, ਬ੍ਰਦਰ, ਸਿਸਟਰ ਤੋਂ ਲੈ ਕੇ ਜਿਹੜਾ ਤੁਹਾਡੇ ਤੱਕ ਪਹੁੰਚਣ ਵਾਲਾ। ਠੀਕ ਹੈ ਜੀ, ਉਹ ਬੀ ਤੋਂ ਏ। ਇੱਕ ਨੂੰ ਡਿਫਾਈਨ ਕਰਾਂਗੇ ਆਪਾਂ ਰਿਲੇਸ਼ਨ ਨੂੰ ਕਿ ਰਿਲੇਸ਼ਨ ਕੀ ਆ। ਸੋ ਅੱਗੇ ਦੇਖੋ ਕਿ ਰਿਲੇਸ਼ਨ ਆਰ ਫਰੋਮ ਏ ਟੂ ਬੀ। ਇੱਕ ਨਹੀਂ ਦੋ ਸੈਟਸ ਦੇ ਵਿੱਚ ਰਿਲੇਸ਼ਨ ਹੋ ਸਕਦਾ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਏ ਅਤੇ ਬੀ ਸੈਟਸ ਲੈ ਲਿਆ ਆਪਾਂ ਦੋ। ਏ ਸੈੱਟ ਕੀ ਆ 1 2 3, ਬੀ ਸੈੱਟ ਕੀ ਆ 4 5 6। ਸੋ ਇਹਦਾ ਰਿਲੇਸ਼ਨ ਪੋਸੀਬਲ ਹੈ। ਠੀਕ ਹੈ ਜੀ, ਕਿ ਜੇ ਸਿੰਗਲ ਸੈੱਟ ਹੁੰਦਾ ਉਹਦਾ ਰਿਲੇਸ਼ਨ ਪੋਸੀਬਲ ਨਹੀਂ ਹੋਣਾ ਸੀ ਕਿਸੇ ਵੀ ਚੀਜ਼ ਦੇ ਨਾਲ। ਠੀਕ ਹੈ ਨਾ, ਸੋ ਏ ਅਤੇ ਬੀ ਦਾ ਰਿਲੇਸ਼ਨ ਬਣੂਗਾ। ਹੁਣ ਰਿਲੇਸ਼ਨ ਕੀ ਹੁੰਦਾ, ਕੋਈ ਚੀਜ਼ ਡਿਫਾਈਨ ਕਰ ਦਿੰਨੀ। ਠੀਕ ਹੈ, ਪਰ ਇਹਦੇ ਲਈ ਆਪਾਂ ਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ, ਯਾਦ ਰੱਖਣੀ ਹੈ ਜਿਹੜੀ ਗੱਲ ਤੁਸੀਂ। ਠੀਕ ਹੈ ਜੀ, ਆਪਾਂ ਕੁਐਸਚਨ ਦੇ ਵਿੱਚ ਇਸ ਨੂੰ ਠੀਕ ਹੈ ਡਰਾਈਵ ਵੀ ਕਰ ਲਾਂਗੇ। ਸੋ ਕੀ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਆਪਣੇ ਕੋਲ ਰਿਲੇਸ਼ਨ ਬਣਦਾ ਨਾ, ਹਮੇਸ਼ਾ ਉਹ ਛੋਟਾ ਹੋਊਗਾ ਕਿਤੋਂ, ਕਾਰਟੀਜ਼ੀਅਨ ਪ੍ਰੋਡਕਟ ਤੋਂ। ਕਿਉਂਕਿ ਇੱਕ ਵਰਡ ਕਾਰਟੀਜ਼ੀਅਨ ਪ੍ਰੋਡਕਟ ਆਪਾਂ ਸਿੱਖਿਆ ਹੋਇਆ ਇਹ। ਠੀਕ ਹੈ ਜੀ, ਪ੍ਰੀਵੀਅਸ ਵੀਡੀਓ ਦੇ ਵਿੱਚ, ਕਿ ਕਾਰਟੀਜ਼ੀਅਨ ਪ੍ਰੋਡਕਟ ਹੈ ਜਿਹੜਾ ਉਹ ਕੀ ਕਰ ਰਿਹਾ ਹੁੰਦਾ, ਸਾਰੇ ਸੈੱਟ ਨੂੰ, ਦੋਹੇ ਸੈੱਟਸ ਨੇ ਮੰਨ ਲਓ ਆਪਾਂ ਏ ਤੋਂ ਲੈ ਕੇ ਬੀ ਤੱਕ ਕਾਰਟੀਜ਼ੀਅਨ ਪ੍ਰੋਡਕਟ ਡਿਫਾਈਨ ਕਰਵਾ ਦਈਏ, ਤਾਂ ਉਹ ਕਿਵੇਂ ਹੁੰਦੀ ਸੀਗੀ, 1 ਦੀ 4 ਦੇ ਨਾਲ, 1 ਦੀ 5 ਨਾਲ, 1 ਦੀ 6 ਦੇ ਨਾਲ। ਐਵੇਂ ਕਹਿ ਸਕਦੇ ਹਾਂ ਕਿ 1 ਦਾ 4 ਦੇ ਨਾਲ, 1 ਦਾ 5 ਦੇ ਨਾਲ, 1 ਦਾ 6 ਨਾਲ, ਫਿਰ 2 ਦਾ। ਠੀਕ ਹੈ ਜੀ, ਸਾਰਿਆਂ ਨਾਲ 2 ਦਾ 4 ਦੇ ਨਾਲ, 2 ਦਾ 5 ਦੇ ਨਾਲ, 2 ਦਾ 6 ਦੇ ਨਾਲ। ਉਸ ਤੋਂ ਬਾਅਦ 3 ਦਾ ਸਾਰਿਆਂ ਦੇ ਨਾਲ, 3 ਦਾ 4 ਦੇ ਨਾਲ, 3 ਦਾ 5 ਨਾਲ, 3 ਦਾ 6 ਨਾਲ। ਸੋ ਇਹ ਬਣ ਗਿਆ ਆਰਡਰ ਪੇਅਰ। ਸੋ ਹੁਣ ਆਪਾਂ ਗੱਲ ਕਰੀਏ ਏ ਤੋਂ ਬੀ, ਇਹੀ ਰਿਲੇਸ਼ਨ ਹੈ ਇੱਕ ਤਰੀਕੇ ਦਾ। ਠੀਕ ਹੈ, ਹੁਣ ਰਿਲੇਸ਼ਨ ਹੈ ਜਿਹੜਾ ਏ ਤੋਂ ਬੀ ਤੱਕ ਜਾ ਰਿਹਾ, ਇਹ ਵੀ ਏ ਤੋਂ ਬੀ ਆਪਾਂ ਕਾਰਟੀਜ਼ੀਅਨ ਬਣਾ ਲਈ। ਯਾਦ ਕੀ ਰੱਖਣੀ ਹੈ ਗੱਲ ਕਿ ਕਾਰਟੀਜ਼ੀਅਨ ਪ੍ਰੋਡਕਟ ਦੇ ਵਿੱਚ ਆਪਾਂ ਸਾਰੇ ਕੇਸਿਸ ਡਿਸਕਸ ਕਰ ਲੈਂਦੇ ਹੁੰਦੇ ਹਾਂ, ਆਲ ਕੇਸਿਸ ਡਿਸਕਸ ਕਰ ਲੈਂਦੇ ਹੁੰਦੇ ਹਾਂ। ਠੀਕ ਹੈ ਜੀ, ਯਾਨੀ ਸਾਰੇ ਕੇਸਿਸ ਆਪਾਂ ਬਣਾ ਕੇ ਦੱਸਦੇ ਕਿ ਏ ਤੋਂ ਬੀ ਤੱਕ ਕਾਰਟੀਜ਼ੀਅਨ ਹੈ ਜਿਹੜਾ ਐਵੇਂ ਆ ਸਕਦਾ। ਹੁਣ ਇਹਦੇ ਵਿੱਚ ਰਿਲੇਸ਼ਨ ਜੋ ਵੀ ਮਰਜ਼ੀ ਡਿਫਾਈਨ ਕਰੀ ਜਾਈਏ। ਠੀਕ ਹੈ ਜੀ, ਆਪਾਂ ਉਹ ਅੱਗੇ ਸਮਝ ਆਊਗਾ ਤੁਹਾਨੂੰ। ਪਹਿਲਾਂ ਆਹ ਚੀਜ਼ਾਂ ਯਾਦ ਰੱਖਣੀਆਂ ਨੇ ਕਿ ਕਾਰਟੀਜ਼ੀਅਨ ਪ੍ਰੋਡਕਟ ਦੇ ਵਿੱਚ ਸਾਰੇ ਆਪਣੇ ਕੋਲ ਕੇਸਿਸ ਡਿਸਕਸ ਕਰ ਦਿੱਤੇ ਜਾਂਦੇ ਨੇ, ਅਤੇ ਜਿਹੜਾ ਰਿਲੇਸ਼ਨ ਹੁੰਦਾ ਉਹ ਕਾਰਟੀਜ਼ੀਅਨ ਪ੍ਰੋਡਕਟ ਦੇ ਵਿੱਚੋਂ ਨਿਕਲਦਾ ਕੁਛ ਨਾ ਕੁਛ।
ठीक है जी। कार्टीजन प्रोडक्ट दे ਜਿਹੜੀਆਂ ਵੈਲਿਊਜ਼ ਆਣਗੀਆਂ कार्टीजन प्रोडक्ट ਦੀਆਂ ਪੇਅਰਸ ਆਣਗੇ, ਆਰਡਰਡ ਪੇਅਰਸ ਆਣਗੇ, ਉਹਨਾਂ ਦੇ ਵਿੱਚੋਂ ਕੁਝ ਆਰਡਰਡ ਪੇਅਰਸ ਜਾਂ ਸਾਰੇ ਆਰਡਰ ਪੇਅਰ ਬਹੁਤ ਰੇਅਰ ਚਾਂਸ ਤਾਂ ਇਕੁਅਲ ਸੈੱਟਸ ਆ ਜਾਣਗੇ। ਠੀਕ ਹੈ ਜੀ। ਸੋ ਨਹੀਂ ਤਾਂ ਇਹਦਾ ਸਬਸੈਟ ਹੀ ਹੋਊਗਾ। ਰਿਲੇਸ਼ਨ ਹੈ ਜਿਹੜਾ, ਰਿਲੇਸ਼ਨ ਕੀ ਆ, ਕੁਝ ਨਾ ਕੁਝ ਇਹੋ ਜਿਹੀ ਚੀਜ਼ ਇਹਦੇ ਵਿੱਚੋਂ ਨਿਕਲੂ ਜਿਹੜੀ कार्टीजन प्रोडक्ट ਦੇ ਵਿੱਚੋਂ ਆਪਾਂ ਲਵਾਂਗੇ। ठीक है, ये याद रखना कार्टीजन प्रोडक्ट ਦੇ ਵਿੱਚੋਂ ਨਿਕਲਦਾ ਜਿਹੜਾ ਰਿਲੇਸ਼ਨ ਆ। ठीक है। सो इस तो बाद कार्टीजन प्रोडक्ट ਹੁਣ ਮੈਂ ਇਹੀ ਦੱਸਿਆ ਹੀ ਹੈ ਉਰੇ। ਹੁਣ ਦੇਖੋ ਆਹ ਚੀਜ਼ ਸੁਪਰ ਸੈੱਟ, ਆਹ ਚੀਜ਼ ਸਬਸੈਟ ਯਾਦ ਹੋਏਗੀ ਤੁਹਾਨੂੰ, ਸੈੱਟ ਚੈਪਟਰ ਦੇ ਵਿੱਚ ਕੀਤੀ ਹੋਈ ਹੈ। ਠੀਕ ਹੈ ਜੀ। ਸੋ कार्टीजन प्रोडक्ट ਹੈ ਜਿਹੜੀ, कार्टीजन प्रोडक्ट ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਵੱਡੀ ਚੀਜ਼ ਆ, ਹੋਲਸਮ ਬੋਡੀ ਹੈ ਇਹ ਇੱਕ। ਠੀਕ ਹੈ ਜੀ। ਸੋ ਰਿਲੇਸ਼ਨ ਛੋਟਾ। ठीक है। ਹੁਣ देखो ਆਹੀ ਚੀਜ਼ ਦੱਸੀ ਹੋਈ ਹੈ ਕਿ ਇਹ ਸੁਪਰ ਸੈੱਟ ਹੈ कार्टीजन प्रोडक्ट ਰਿਲੇਸ਼ਨ ਦਾ, ਜਾਂ ਲਿਖਿਆ ਜਾ ਸਕਦਾ ਰਿਲੇਸ਼ਨ ਹੈ ਜਿਹੜਾ ਉਹ ਸਬਸੈਟ ਹੈ कार्टीजन प्रोडक्ट ਦਾ। ਓਬਵੀਅਸ ਹੈ ਛੋਟਾ, ਜਿਹੜੀ ਚੀਜ਼ ਆਹ ਚੀਜ਼ ਆ ਬੱਚੇ, ਜਿਹੜਾ ਓਪਨ ਸਾਈਡ ਇਹ ਵੱਡੀ ਹੁੰਦੀ ਹੈ ਅਤੇ ਜਿਹੜੀ ਕਲੋਜ਼ ਸਾਈਡ ਹੈ ਐਵੇਂ ਦੀ ਆਹ ਕੀ ਹੁੰਦੀ ਹੈ, ਸਮੋਲ ਕੁਆਂਟਿਟੀ ਨੂੰ ਰਿਪਰੈਜ਼ੈਂਟ ਕਰਦੀ ਹੁੰਦੀ ਆ। ਠੀਕ ਹੈ। ਹੁਣ ਦੇਖੋ ਰਿਲੇਸ਼ਨ ਛੋਟਾ, कार्टीजन ਵੱਡਾ, ਜਾਂ ਤਾਂ ਐਵੇਂ ਲਿਖ ਲਓ ਚਾਹੇ ਲਿਖ ਲਓ ਐਵੇਂ। ਰਿਲੇਸ਼ਨ ਅਤੇ कार्टीजन ਤਾਂ ਗੱਲ ਤਾਂ ਉਹੀ ਹੋਊਗੀ ਨਾ, ਰਿਲੇਸ਼ਨ ਇਜ਼ ਸਬਸੈਟ ਆਫ, ठीक है जी, कार्टीजन प्रोडक्ट। देखो सबसैट। ਹੁਣ देखो ਇਹ ਵੀ ਗੱਲ ਯਾਦ ਰੱਖਣੀ ਹੈ, ਤੁਸੀਂ ਸ਼ਾयद ਪੜ੍ਹਿਆ ਤਾਂ ਹੈ ਬਟ ਇੱਕ ਮਿੰਟ ਇਹਨੂੰ ਦੁਬਾਰਾ ਰਿਮਾਈਂਡ ਕਰ ਲਓ ਕਿ ਜਿਹੜਾ ਤੁਹਾਡੇ ਕੋਲ ਇਹ ਹੈ ਨਾ, ਇੱਕ ਫਰਕ ਹੁੰਦਾ ਜੇ ਆਹ ਸਿੰਪਲ ਦਿੱਤਾ ਹੋਵੇ ਤੇ ਇੱਕ ਆਹ ਦਿੱਤਾ ਹੋਵੇ, ਆਹ ਦੋ ਚੀਜ਼ਾਂ ਦੇ ਵਿੱਚ। ਹੁਣ ਇਸ ਦਾ ਮਤਲਬ ਕੀ ਹੁੰਦਾ ਤੇ ਇਸ ਦਾ ਕੀ ਹੁੰਦਾ। ਇੱਕ ਹੁੰਦਾ ਇੰਪਰੋਪਰ। ਠੀਕ ਹੈ ਜੀ। ਇੱਕ ਵਰਡ ਆਪਾਂ ਬੋਲਦੇ ਹਾਂ ਇੰਪਰੋਪਰ, ਇੱਕ ਬੋਲਦੇ ਹੁੰਦੇ ਆ ਪ੍ਰੋਪਰ। ਹੁਣ ਦੇਖੋ ਜੇਕਰ ਇਕੁਐਲਿਟੀ ਲੱਗੀ ਹੋਈ ਆ ਸਬਸੈਟ ਦੇ ਨਾਲ, ਸਬਸੈਟ ਨਾਲ ਇਕੁਐਲਿਟੀ ਲੱਗੀ ਹੋਈ ਆ, ਤਾਂ ਉਹ ਕੀ ਬਣ ਜੂਗਾ ਤੁਹਾਡਾ ਇੰਪਰੋਪਰ ਸਬਸੈਟ। ਠੀਕ ਹੈ ਜੀ। ਵੀ ਪ੍ਰੋਪਰ ਸਬਸੈਟ ਨਹੀਂ ਹੈਗਾ ਕਿਉਂਕਿ ਪੂਰਾ ਸਬਸੈਟ। ਹੁਣ ਇਸ ਦੇ ਵਿੱਚ ਆਹ ਚੀਜ਼ ਹੈ, ਇਹ ਕੀ ਸ਼ੋਅ ਕਰ ਦਿੰਦਾ ਹੁੰਦਾ, ਪ੍ਰੋਪਰ ਸਬਸੈਟ। ਠੀਕ ਹੈ ਜੀ। ਪ੍ਰੋਪਰ ਸਬਸੈਟ ਕੀ ਹੈ, ਇੰਪਰੋਪਰ ਸਬਸੈਟ ਕੀ ਹੈ। ਠੀਕ ਹੈ ਜੀ। ਇਹ ਦੋ ਚੀਜ਼ਾਂ ਹੋ ਗਈਆਂ। ਹੁਣ ਇੰਪਰੋਪਰ ਦਾ ਵੈਸੇ ਹੁਣ ਮਤਲਬ ਕੀ ਹੈ ਇਹਨਾਂ ਦਾ, ਇੰਪਰੋਪਰ ਦਾ ਮਤਲਬ ਕੀ ਹੁੰਦਾ ਕਿ ਹੋ ਸਕਦਾ ਇਹਦੇ ਐਲੀਮੈਂਟ, ਰਿਲੇਸ਼ਨ ਦੇ ਐਲੀਮੈਂਟ कार्टीजन ਦੇ ਐਲੀਮੈਂਟ ਦੇ ਬਰਾਬਰ ਵੀ ਆ ਜਾਣ ਪੂਰੇ। ਤੇ ਇੰਪਰੋਪਰ ਵਰਡ ਹੁੰਦਾ ਜਿਹੜਾ ਉਹ ਹੁੰਦਾ ਕਿ ਬਿਲਕੁਲ ਹੀ ਸਬਸੈਟ ਰਹੇ। ਠੀਕ ਹੈ ਜੀ। ਆਹ ਦੋ ਚੀਜ਼ਾਂ ਦਾ ਡਿਫਰੈਂਸ ਦੱਸਿਆ ਮੈਂ ਤੁਹਾਨੂੰ ਸਿਰਫ ਇਹ ਪਹਿਲਾਂ। ਠੀਕ ਹੈ। ਸੋ ਹੁਣ ਦੇਖੋ ਅੱਗੇ ਆਪਾਂ ਚੱਲਾਂਗੇ ਕੁਐਸਚਨ ਦੇ ਵੱਲ। ਸੋ ਕੁਐਸਚਨ ਕੀ ਗਿਵਨ ਹੈ, ਇੱਕ ਐਗਜ਼ਾਮਪਲ ਲੈਂਦੇ ਹਾਂ। A ਤੇ B ਸੈੱਟ ਗਿਵਨ ਨੇ। ठीक है। ਹੁਣ ਕਹਿ ਰਹੇ ਹੈ ਕਿ ਇਫ A to B ਰਿਲੇਸ਼ਨ ਆ, ਰਿਲੇਸ਼ਨ ਕਿੱਥੋਂ ਆ, ਫਰੋਮ A to B, ਦੈਨ ਰਿਲੇਸ਼ਨ ਡਿਫਾਈਨਡ ਐਜ਼। ਹੁਣ ਐਵੇਂ ਦੇ ਡਿਫਾਈਨ ਕੀਤੇ ਜਾ ਸਕਦੇ ਆ ਰਿਲੇਸ਼ਨ, ਜਿਵੇਂ ਤੁਹਾਨੂੰ ਠੀਕ ਹੈ ਜੀ ਗਿਵਨ ਨੇ ਉਰੇ ਦੋ ਮੈਂ ਐਗਜ਼ਾਮਪਲਸ ਦਿੱਤੀਆਂ ਨੇ ਬੇਟਾ। ਹੁਣ ਦੇਖੋ A ਤੇ B ਸੈੱਟ, ਸਭ ਤੋਂ ਪਹਿਲਾ ਕੰਮ ਆਪਣਾ ਹੋਊਗਾ ਆਪਾਂ कार्टीजन ਡਿਫਾਈਨ ਕਰ ਲਈਏ ਇਹਦੀ। ਠੀਕ ਹੈ ਜੀ। ਹੋਲਸਮ ਕੀ ਬਣਦਾ ਆਪਣੇ ਕੋਲ, ਕੀ ਬਣ ਜਾਏਗਾ ਇਹ कार्टीजन ਆਪਾਂ ਨੇ ਡਿਫਾਈਨ ਕੀਤਾ ਸੀ ਪ੍ਰੀਵੀਅਸ ਐਗਜ਼ਾਮਪਲ ਹੀ ਹੈ ਇਹ। 1 to 5, 1 to 6, 2 4, 2 5, 2 6, 3 4, 3 5, 3 6। ਠੀਕ ਹੈ। ਸੋ ਇਹ ਚੀਜ਼ ਬਣ ਗਈ कार्टीजन ਦੇ ਵਿੱਚ। ਹੁਣ ਦੇਖੋ ਰਿਲੇਸ਼ਨ ਡਿਫਾਈਨ ਕਰੋ। ਫਸਟ ਦੇ ਵਿੱਚ ਕੀ ਗੱਲ ਕਹੀ ਗਈ ਹੈ, ਕਹਿੰਦੇ XY ਦੇ ਆਰਡਰ ਪੇਅਰ ਬਣ ਜਾਣ। ਠੀਕ ਹੈ ਜੀ। ਪਰ ਸੱਚ ਦੈਟ y ਇਜ਼ ਗ੍ਰੇਟਰ ਦੈਨ x, ਯਾਨੀ ਕਿ y ਕੀ ਹੋਵੇ ਬੇਟਾ, ਗ੍ਰੇਟਰ ਦੈਨ x। y ਗ੍ਰੇਟਰ ਦੈਨ x ਦਾ ਮਤਲਬ ਕੀ ਹੈ ਕਿ y ਕੀ ਹੈ, ਹੁਣ ਦੇਖੋ x ਕੀ ਆ, x ਪਹਿਲਾ ਐਲੀਮੈਂਟ, y ਪਿਛਲਾ ਐਲੀਮੈਂਟ। ਯਾਨੀ ਕਿ ਯਾਦ ਰੱਖਣਾ ਹੈ ਹੁਣ ਉਰੇ y ਗ੍ਰੇਟਰ ਦੈਨ x ਦਿੱਤਾ ਹੈ ਜੇ। ਠੀਕ ਹੈ। ਤਾਂ ਇਹ ਗੱਲ ਯਾਦ ਰੱਖਾਂਗੇ ਕਿ ਜਿਹੜਾ ਆਪਣੇ ਕੋਲ y ਐਲੀਮੈਂਟ ਇਹ ਵੱਡਾ ਹੋਊਗਾ, x ਐਲੀਮੈਂਟ ਛੋਟਾ। ਯਾਨੀ ਕਹਿਣ ਦਾ ਕੀ ਮਤਲਬ ਹੈ, ਜਿਹੜਾ ਪਹਿਲੇ ਨੰਬਰ 'ਤੇ ਐਲੀਮੈਂਟ ਉਰੇ ਆਊਗਾ ਉਹ ਕੀ ਹੋਊਗਾ ਬੇਟਾ, ਇਹ ਛੋਟਾ ਹੋਊਗਾ। ਜਿਹੜਾ y ਆ ਯਾਨੀ ਸੈਕਿੰਡ ਨੰਬਰ 'ਤੇ ਉਹ ਐਲੀਮੈਂਟ ਕੀ ਹੋਊਗਾ, ਵੱਡਾ। ਇਹ ਐਲੀਮੈਂਟ ਕੀ ਹੋਊਗਾ, ਸਮੋਲ ਹੋਊਗਾ। ਇਹ ਐਲੀਮੈਂਟ ਕੀ ਹੋਊਗਾ, ਲਾਰਜ ਹੋਊਗਾ। ਸੋ A ਤੇ B ਦੀ कार्टीजन 'ਚੋਂ ਆਪਾਂ ਉਹ ਚੀਜ਼ਾਂ ਚੱਕਾਂਗੇ ਜਿਹਦੇ ਵਿੱਚ ਪਹਿਲਾ ਐਲੀਮੈਂਟ ਕੀ ਹੋਵੇ, ਸਮੋਲ ਹੋਵੇ, ਦੂਜਾ ਐਲੀਮੈਂਟ ਕੀ ਹੋਵੇ, ਲਾਰਜ ਹੋਵੇ। ਠੀਕ ਹੈ ਜੀ। ਸੋ ਫॉर ਆਲ x ਬਿਲੋਂਗਸ ਟੂ A, y ਬਿਲੋਂਗਸ ਟੂ B। ਹਾਂਜੀ ਇਹ ਪਤਾ ਆਪਾਂ ਨੂੰ ਕਿ x ਦੀਆਂ ਵੈਲਿਊਜ਼ A ਨੂੰ, ਯਾਨੀ A ਦੀਆਂ ਯਾਨੀ ਪਹਿਲੀਆਂ ਵੈਲਿਊਜ਼, ਕਿਉਂਕਿ ਆਪਣੇ ਕੋਲ ਸੈੱਟ ਜੋ ਰਿਲੇਸ਼ਨ ਹੈ ਉਹ ਸੈੱਟ A ਦੇ ਵਿੱਚੋਂ ਆ ਰਿਹਾ ਹੈ ਨਾ, ਪਹਿਲਾ ਐਲੀਮੈਂਟ ਲੈ ਕੇ। ਸੋ x y B ਦੇ ਨਾਲ ਠੀਕ ਹੈ ਜੀ ਰਿਲੇਟ ਹੈ। ਸੋ ਹੁਣ ਦੇਖੋ ਆਪਾਂ ਵਾਪਸ ਆਈਏ ਇਸ ਚੀਜ਼ 'ਤੇ, ਤਾਂ ਸਮੋਲ ਐਂਡ ਲਾਰਜ ਵੈਲਿਊਜ਼। ਹੁਣ ਤੁਸੀਂ ਚੈੱਕ ਕਰੋ ਕਿ ਇਹ ਜੇ ਕਿਹੜੇ ਕੇਸਿਸ ਬਣਦੇ ਪਏ ਨੇ। ਠੀਕ ਹੈ ਜੀ ਰਿਲੇਸ਼ਨ ਦੇ ਲਈ। ਸੋ ਕੇਸਿਸ ਕਿਹੜੇ ਬਣਨਗੇ ਇਹ ਤੁਹਾਡੇ ਕੋਲ, ਸਮੋਲ ਇਹਦੇ ਨਾਲੋਂ 1 ਤੇ 4 ਸੈੱਟ ਆ ਰਿਹਾ। ਯੈਸ ਠੀਕ ਹੈ। ਇੱਕ ਆਰਡਰ ਪੇਅਰ ਇਹ ਚੱਕੋ, ਇੱਕ ਆਰਡਰ ਪੇਅਰ ਬੇਟਾ 1 5 ਵੀ ਆ ਜਾਏਗਾ, ਇੱਕ ਆਰਡਰ ਪੇਅਰ 1 6 ਵੀ ਆ ਜਾਏਗਾ। ਹੁਣ ਇਸ ਤੋਂ ਬਾਅਦ ਆਪਾਂ ਆਰਡਰ ਪੇਅਰ ਦੀ ਕੀ ਗੱਲ ਕਰ ਸਕਦੇ ਹਾਂ, 2 4। ਠੀਕ ਹੈ ਜੀ। ਉਸ ਤੋਂ ਬਾਅਦ 2 5, 2 6, 3 4, 3 5,
3 6 सो सारिया वैल्यूज़ ने जिहड़ियां वो आ जाणगियां ठीक है जी। सो वाई ग्रेटर दैन एक्स यानी वाई की वैल्यू की होनी चाहिए वड्डी होनी चाहिए है एक्स की वैल्यू नालों। क्लीयर हो गया उरे तक। सैकेंड रिलेशन एक्स वाई है सच दैट एक्स ग्रेटर दैन वाई। हुण ध्यान देना, हुण यही जी चीज़ चकनी है इस ऑर्डर पेयर चों जिहदे विच एक्स वड्डा होवे वाई तो ठीक है जी। किहड़ी चीज़ चकनी है कि एक्स वड्डा होवे वाई तो। हुण तुसीं सारे केसिस देख लो कि पहली वैल्यू एक्स का मतलब पहली वैल्यू ठीक है जी। एक्स का मतलब सैकेंड पार्ट दे विच देख रहे हैं एक्स का मतलब पहली वैल्यू वाई का मतलब दूजी वैल्यू। हुण कह रहे है कि एक्स ग्रेटर दैन वाई, एक्स ग्रेटर दैन वाई इसका मतलब कि पहली वैल्यू यानी आह लार्जर होवे एक ही होवे स्मॉलर होवे। सो इत्थे कोई दिखदी है तुहानूं कि पहली वैल्यू लार्जर होवे ना दूसरी तो छोटियां ने सारिया वैल्यूज़ दूसरी तो छोटियां ने बेटा। कोई भी वैल्यू जी वड्डी नहीं हैगी। देखो 3 ते 6 तो पहली वैल्यू छोटी है वड्डी नहीं हैगी। सो सारे केसिस दे विच सो इसका मतलब है रिलेशन दे विच की होएगा आंसर 5। कोई एलीमेंट बने नहीं सकता, कोई ऑर्डर पेयर आ ही नहीं सकता ठीक है जी। सो ये चीज़ अपने को हो जूगी। सो ये सी अपने को बेसिक चीज़ ठीक है जी। क्वेश्चन आप एग्जाम्पल लैके किया कि समझिया कि रिलेशन की है। हुण आप डेफिनेशन ते चलते हैं ठीक है। जो बुकिश डेफिनेशन है तुहाडी बई रिलेशन की है। इस तो बाद क्वेश्चन ने जिहड़े बाद दे विच करांगे आपां होर भी नैक्सट वीडियो दे विच। इस विच हुण डेफिनेशन देखो, हुण समझ आएगी डेफिनेशन बेटा। हुण की कह रहा आ रिलेशन आर फ्रॉम अ नॉन एम्पटी सैट ए टू अ नॉन एम्पटी सैट बी। हुण देखो बेटा ए ते बी सैट जिहड़े आपां लित्ते सीगे कुछ ना कुछ एलीमेंट तां सीगे ना उहदे विच कुछ ना कुछ, क्योंकि नॉन एम्पटी इसका मतलब एम्पटी सैट ना होवे रिलेशन दे लई कोई भी एम्पटी सैट तो है ही नहीं ठीक है जी। नॉन एम्पटी सैट है जो उही होगा यानी कोई ना कोई एलीमेंट होना ही चाहिए। सो हुण की कह रहे आर आ जिहड़ा रिलेशन आप डिफाइन कर करके दिखावांगे नाल तुहानूं। आर फ्रॉम ए नॉन एम्पटी सैट ए, एक नॉन एम्पटी सैट ए तो लैके ठीक है जी टू कित्थे तक नॉन एम्पटी सैट बी, नॉन एम्पटी सैट बी तक चले गया। NCERT बुक डेफिनेशन है ये। सो NCERT बेस्ड है ठीक है बच्चे, इसनों भी अपन करना जरूरी है। नॉन एम्पटी सैट बी इज ए सबसैट। हुण ध्यान दो रिलेशन आर दे बारे गल कर रहा है, कहता ये डिफाइन हो गया। हुण बट ये की है इज ए सबसैट ऑफ अ कार्टेशियन प्रोडक्ट। ये भी मैं चीज़ तुहानूं समझा चुकिया कि हमेशा सबसैट यानी कि छोटी वैल्यू रहूगी ऑफ कार्टेशियन प्रोडक्ट ए बी। उस तो बाद द सबसैट इज ड्राइव्ड बाय। हुण जिहड़ा सबसैट आ वो किवें ड्राइव हो यानी कि रिलेशन है जिहड़ा रिलेशन सबसैट है ना ये किहदा कार्टेशियन प्रोडक्ट का। तो ये डिफाइन किवें होगा, इट इज़ डिफाइंड बाय डिस्क्राइबिंग अ रिलेशनशिप बिटवीन फर्स्ट एलीमेंट एंड सैकेंड एलीमेंट। याद रखो डिस्क्राइबिंग अ रिलेशनशिप। हुण आपां पिछले क्वेश्चन च यही गल देखी कि कोई ना कोई रिलेशनशिप हुंदा यानी कि जिवें हुण एक्स ग्रेटर दैन वाई या वाई ग्रेटर दैन ठीक है वाई लैस दैन एक्स कुछ एवें दी वैल्यू या आपां कुछ होर रिलेशन भी डिफाइन कर सकते हैं। हो सकता है ये होया बच्चे अपने कोल कि एक्स इज़ ईवन एंड वाई इज़ ऑड नंबर एवें का रिलेशन भी डिफाइन हो सकता ठीक है। या हो सकता कि एक्स इज़ स्केयर ऑफ वाई ठीक है जी, वाई की वैल्यू का स्केयर हो एक्स। सो वेरीअस टाइप के जो अपने को रिलेशनशिप्स ने डिफाइन हो सकते हैं। सो यही चीज़ कही ने पर किहदे विच होणगे वो पहले एलीमेंट के दूजे एलीमेंट के ओबीयस है फर्स्ट एलीमेंट है जिहड़ा आ वाला तो दूजा एलीमेंट आ वाला इन्हां दे विच ही रिलेशन है ना ये। जिवें आपां कीता कि एक्स ग्रेटर यानी एक्स वड्डा होवे वाई छोटा होवे या वाई छोटा होवे एक्स कुछ भी वड्डा होवे एवें दी ड्राइव कीते आपां ने ठीक है जी रिलेशनशिप्स किहदे विच फर्स्ट एलीमेंट एंड सैकेंड एलीमेंट ऑफ ऑर्डर्ड पेयर इन ए बी ठीक है जी। किहदे विचों चक्के सीगे ऑर्डर पेयर जिहड़े बनाए सीगे किहदे विचों बनाए सीगे बेटा ए ते बी दे कार्टेशियन च बनाए सीगे ठीक है। सो आई होप ये थोड़ा क्लीयर हो गया होगा कंसैप्ट बड़े आराम नाल रिलेशन की है क्योंकि पूरी तुहानूं डिटेल दे विच ये चीज़ दसी गई है। सो नैक्सट वीडियो के आपां होर एग्जाम्पल्स करांगे तो फिर एक्सरसाइज क्वेश्चंस ठीक है। थैंक यू बेटा।